ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤਾਂ ਜਦੋਂ ਵੀ ਕੋਈ ਐਗਜ਼ਾਮ ਦੇਣਾ ਹੋਵੇ ਤਾਂ MCQs ਦੀ ਜਿੰਨੀ ਵੀ ਪ੍ਰੈਕਟਿਸ ਕੀਤੀ ਜਾਵੇ ਉਹ ਥੋੜੀ ਹੀ ਹੁੰਦੀ ਹੈ। ਇਸੇ ਲਈ ਪੰਜਾਬੀ ਦੇ ਸਿਲੇਬਸ ਦੇ ਵਿੱਚ ਜਿਹੜੇ ਸਾਡੇ ਕੋਲ ਟੌਪਿਕਸ ਨੇ ਉਹਨਾਂ ਸਾਰੇ ਟੌਪਿਕਸ ਦੇ ਵਿੱਚੋਂ ਥੋੜੇ ਪ੍ਰਸ਼ਨ ਲੈ ਕੇ ਅੱਜ ਅਸੀਂ ਇਹਨਾਂ ਦੀ ਪ੍ਰੈਕਟਿਸ ਕਰਨ ਲੱਗੇ ਹਾਂ। ਤਾਂ ਆਓ ਫਿਰ ਆਪਾਂ ਕਰਦੇ ਹਾਂ ਸ਼ੁਰੂ। ਪਹਿਲਾ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖੇ ਵਿਕਲਪਾਂ ਵਿੱਚੋਂ ਬੱਚਾ ਗੈਰ ਰਸਮੀ ਭਾਸ਼ਾ ਕਿੱਥੋਂ ਸਿੱਖਦਾ ਹੈ? ਤਾਂ ਗੈਰ ਰਸਮੀ ਭਾਸ਼ਾ ਦੀ ਗੱਲ ਹੋ ਰਹੀ ਹੈ। ਗੈਰ ਰਸਮੀ ਜੋ ਕਿ ਮਤਲਬ ਜਿਸ ਦੇ ਵਿੱਚ ਥੋੜੇ ਜਿਹੇ ਮਤਲਬ ਕਿ ਫालतू ਦੇ ਸ਼ਬਦ ਅਸੀਂ ਕਹਿ ਦਿੰਦੇ ਹਾਂ ਉਹ ਆ ਜਾਂਦੇ ਹੈ, ਜਾਂ ਸਲੈਂਗ ਸ਼ਬਦ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਉਹ ਆ ਜਾਂਦੇ ਹੈ। ਤਾਂ ਅਜਿਹੀ ਭਾਸ਼ਾ ਬੱਚਾ ਕਿੱਥੋਂ ਸਿੱਖਦਾ ਹੈ? ਦੋਸਤਾਂ ਤੋਂ, ਪਰਿਵਾਰ ਤੋਂ, ਅਧਿਆਪਕਾਂ ਤੋਂ ਜਾਂ ਮੋਬਾਈਲ ਤੋਂ? ਤਾਂ ਇਹ ਜੋ ਭਾਸ਼ਾ ਹੁੰਦੀ ਹੈ ਗੈਰ ਰਸਮੀ ਭਾਸ਼ਾ, ਇਹ ਬੱਚਾ ਆਪਣੇ ਪਰਿਵਾਰ ਤੋਂ ਹੀ ਸਿੱਖਦਾ ਹੈ। ਪਰਿਵਾਰ ਹੀ ਉਸਦਾ ਮਤਲਬ ਕਿ ਪਹਿਲਾਂ ਜੋ ਮੁੱਢਲੀ ਸਿੱਖਿਆ ਜੋ ਮਿਲਦੀ ਹੈ ਬੱਚੇ ਨੂੰ ਆਪਣੇ ਪਰਿਵਾਰ ਤੋਂ ਹੀ ਮਿਲਦੀ ਹੈ, ਪਰਿਵਾਰ ਦੇ ਮੈਂਬਰਾਂ ਤੋਂ ਹੀ ਮਿਲਦੀ ਹੈ। ਤਾਂ ਤੁਸੀਂ ਦੇਖਿਆ ਹੋਵੇਗਾ ਕਿ ਪਰਿਵਾਰ ਦੇ ਮੈਂਬਰ ਜਿਸ ਤਰ੍ਹਾਂ ਗੱਲਾਂ ਕਰਦੇ ਹੋਣ, ਜਿਵੇਂ ਜੋ ਉਹਨਾਂ ਦੀ ਭਾਸ਼ਾ ਹੋਵੇ, ਜੋ ਉਹ ਬੋਲਦੇ ਹਨ, ਜਿਹੜੇ ਉਹ ਸ਼ਬਦ ਵਰਤਦੇ ਹੋਣ, ਉਹ ਬੱਚਾ ਵਰਤਣ ਲੱਗ ਜਾਂਦਾ ਹੈ। ਤਾਂ ਗੈਰ ਰਸਮੀ ਭਾਸ਼ਾ ਬੱਚਾ ਆਪਣੇ ਪਰਿਵਾਰ ਤੋਂ ਹੀ ਸਿੱਖਦਾ ਹੈ। ਆਨਸਰ ਆ ਜਾਂਦਾ ਸਾਡਾ B। ਨੈਕਸਟ ਹੈ, ਹੇਠ ਲਿਖੇ ਵਿਕਲਪਾਂ ਵਿੱਚੋਂ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ? ਤਾਂ ਇਹ ਜਦੋਂ ਅਸੀਂ ਪ੍ਰਸ਼ਨ ਪੜ੍ਹਨਾ ਹੈ ਤਾਂ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹਨਾ ਹੈ। ਇਹ ਨਹੀਂ ਕਰਨਾ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੀ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਤੇ ਉਹਦਾ ਸਾਨੂੰ ਰੱਟਾ ਵੀ ਲੱਗਿਆ ਹੁੰਦਾ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੁੰਦੀ ਹੈ। ਧੁਨੀ ਨੂੰ ਮਤਲਬ ਰਿਪਰੈਜ਼ੈਂਟ ਕਰਨ ਦੇ ਲਈ, ਧੁਨੀਆਂ ਨੂੰ ਪ੍ਰਕਟ ਕਰਨ ਦੇ ਲਈ ਸਾਡੇ ਕੋਲ ਹੁੰਦੇ ਨੇ ਵਰਨ। ਠੀਕ ਹੈ, ਤਾਂ ਵਰਨ ਜਦੋਂ ਦੋ ਵਰਨ, ਤਿੰਨ ਵਰਨ ਇੱਕ ਦੂਸਰੇ ਨਾਲ ਮਿਲ ਜਾਂਦੇ ਨੇ ਤਾਂ ਉਹ ਸਾਡੇ ਕੋਲ ਕੀ ਬਣ ਜਾਂਦਾ ਹੈ? ਸ਼ਬਦ ਬਣ ਜਾਂਦਾ ਹੈ। ਅਲੱਗ-ਅਲੱਗ ਸ਼ਬਦਾਂ ਦੇ ਨਾਲ ਮਿਲ ਕੇ ਫਿਰ ਸਾਡੇ ਕੋਲ ਬਣਦਾ ਹੈ ਵਾਕ। ਤਾਂ ਭਾਸ਼ਾ ਦੀ ਸਭ ਤੋਂ ਜਿਹੜੀ ਵੱਡੀ ਇਕਾਈ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਕੋਲ ਵਾਕ। ਧੁਨੀ, ਸ਼ਬਦ, ਵਾਕ, ਵਾਰ। ਤਾਂ ਇਹ ਤਾਂ ਬਿਲਕੁਲ ਗਲਤ ਅਲੱਗ ਹੋ ਗਿਆ। ਤਾਂ C ਸਾਡਾ ਇਸ ਦੇ ਵਿੱਚ ਆਨਸਰ ਆ ਜਾਏਗਾ ਵਾਕ। ਹੇਠ ਲਿਖਿਆਂ ਵਿੱਚੋਂ ਸਹੀ ਵਿਸਮਿਕ ਚਿੰਨ੍ਹ ਵਾਲਾ ਵਾਕ ਚੁਣੋ। ਤਾਂ ਇੱਥੇ ਸਾਨੂੰ 4 ਆਪਸ਼ਨਸ ਦਿੱਤੀਆਂ ਹੋਈਆਂ ਨੇ, 4 ਵਾਕ ਦਿੱਤੇ ਹੋਏ ਨੇ। ਤਾਂ ਉਹਨਾਂ ਦੇ ਵਿੱਚ ਵਿਸਮਿਕ ਚਿੰਨ੍ਹ ਅਸੀਂ ਦੇਖਣਾ ਹੈ ਕਿ ਕਿਸ ਦੇ ਵਿੱਚ ਸਹੀ ਲੱਗਿਆ ਹੋਇਆ ਹੈ। ਉਫ ਮੇਰੇ ਭਾ ਦੇ ਸਾਰੇ ਮਰ ਗਏ। ਹੁਣ ਦੇਖੋ ਇਹ ਤਕਲੀਫ ਮਤਲਬ ਹੋ ਰਹੀ ਹੈ, ਦੁੱਖ ਪ੍ਰਗਟ ਕੀਤਾ ਜਾ ਰਿਹਾ। ਉਫ ਮੇਰੇ ਭਾ ਦੇ ਸਾਰੇ ਮਰ ਗਏ। ਤਾਂ ਇੱਥੇ ਸਾਡੇ ਕੋਲ ਉਫ ਜੋ ਸ਼ਬਦ ਹੈ ਇਹ ਵਿਸਮਿਕ ਮਤਲਬ ਇਸ ਤੋਂ ਬਾਅਦ ਵਿਸਮਿਕ ਚਿੰਨ੍ਹ ਆਏਗਾ। ਇਹ ਉਸਨੂੰ ਪ੍ਰਕਟ ਕਰ ਰਿਹਾ ਹੈ। ਤਾਂ ਉਫ ਤੋਂ ਬਾਅਦ ਕੌਮਾ ਬਿਲਕੁਲ ਗਲਤ ਹੈ। ਉਫ ਤੋਂ ਬਾਅਦ ਕੌਮਾ ਨਹੀਂ ਆਏਗਾ। ਮੇਰੇ ਭਾ ਦੇ ਸਾਰੇ ਮਰ ਗਏ, ਇੱਥੇ ਬੰਦ ਕਰਤੀ ਲਾਈਨ, ਇਹ ਬਿਲਕੁਲ ਗਲਤ ਹੋ ਗਿਆ। ਇਹ ਵੀ ਗਲਤ ਹੋ ਗਿਆ। ਇੱਥੇ ਅਸੀਂ ਥੋੜਾ ਜਿਹਾ ਅਲੱਗ ਕਰਨ ਦੇ ਲਈ ਇਹ ਲਗਾ ਲੈਂਦੇ ਹਾਂ। ਉਫ ਮੇਰੇ ਭਾ ਦੇ ਸਾਰੇ ਮਰ ਗਏ, ਇਹ ਕੁਐਸਚਨ ਮਾਰਕ ਲਗਾਤਾ ਤਾਂ ਇਹ ਸਾਡੇ ਕੋਲ ਗਲਤ ਹੋ ਗਿਆ। ਨੈਕਸਟ ਹੈ ਉਫ ਮੇਰੇ ਭਾ ਦੇ ਸਾਰੇ ਮਰ ਗਏ। ਉਫ ਤੋਂ ਬਾਅਦ ਵੀ ਇਹ ਚਿੰਨ੍ਹ ਆਏਗਾ ਵਿਸਮਿਕ ਚਿੰਨ੍ਹ, ਅਤੇ ਜਦੋਂ ਇਹ ਖਤਮ ਹੋ ਰਹੀ ਹੈ ਲਾਈਨ ਮੇਰੇ ਭਾ ਦੇ ਸਾਰੇ ਮਰ ਗਏ, ਇਹ ਵਿਸਮਿਕ ਨੂੰ ਹੀ ਮਤਲਬ ਕਿ ਇਸੇ ਦੁੱਖ ਨੂੰ ਹੀ ਪ੍ਰਕਟ ਕਰਦੀ ਹੋਈ ਲਾਈਨ ਹੈ। ਤਾਂ ਇੱਥੇ ਅਸੀਂ ਲਿਖਾਂਗੇ, ਇੱਥੇ ਵੀ ਅਸੀਂ ਇਹ ਚਿੰਨ੍ਹ ਲਗਾਵਾਂਗੇ। ਠੀਕ ਹੈ, ਨੈਕਸਟ ਹੈ ਸਾਡੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜਾ ਵੱਟ ਸ਼ਬਦ ਦਾ ਅਰਥ ਨਹੀਂ ਹੈ? ਤਾਂ ਵੱਟ ਸ਼ਬਦ ਸਾਡੇ ਤੋਂ ਪੁੱਛਿਆ ਜਾ ਰਿਹਾ ਹੈ। ਵੱਟ ਜਿਵੇਂ ਕਿ ਅਸੀਂ ਬਹੁਅਰਥਕ ਸ਼ਬਦ ਕੀਤੇ ਸੀ, ਇੱਕ ਸ਼ਬਦ ਦੇ ਜਿਹੜੇ ਕਾਫੀ ਸਾਰੇ ਅਰਥ ਹੁੰਦੇ ਨੇ, ਤਾਂ ਉਹ ਸਾਡੇ ਤੋਂ ਪੁੱਛਿਆ ਜਾ ਰਿਹਾ ਹੈ ਵੱਟ ਸ਼ਬਦ। ਤਾਂ ਦੇਖਦੇ ਹਾਂ ਬੰਨਾ। ਬੰਨਾ ਕੀ ਹੁੰਦਾ ਹੈ? ਜਿਸ ਤਰ੍ਹਾਂ ਵੱਟ, ਜਿਸ ਤਰ੍ਹਾਂ ਜੱਟ ਆਪਣੀ ਵੱਟ ਤੇ ਕਿਸੇ ਨੂੰ ਆਉਣ ਨਹੀਂ ਦਿੰਦਾ, ਉਹ ਹੁੰਦਾ ਹੈ ਬੰਨਾ। ਠੀਕ ਹੈ, ਤਾਂ ਬੰਨਾ ਤਾਂ ਇਸ ਦਾ ਸਹੀ ਹੈ। ਮਰੋੜ, ਉਸਦੇ ਪੇਟ ਦੇ ਵਿੱਚ ਵੱਟ ਪੈ ਰਹੇ ਸਨ, ਉਸਦੇ ਪੇਟ ਦੇ ਵਿੱਚ ਮਰੋੜ ਪੈ ਰਹੇ ਸਨ, ਵੱਟ ਪਈ ਜਾਂਦੇ ਆ। ਠੀਕ ਹੈ, ਤਾਂ ਮਰੋੜ ਪੈ ਰਹੇ ਸਨ, ਤਾਂ ਇਹ ਵੀ ਸਹੀ ਹੈ। ਬਦਲ, ਬਦਲ ਆਏਗਾ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮੇਰੀ ਕਾਪੀ ਉਸ ਦੇ ਨਾਲ ਵੱਟ ਗਈ, ਮਤਲਬ ਅਦਲਾ ਬਦਲੀ ਹੋ ਗਈ, ਤਾਂ ਉੱਥੇ ਸਾਡੇ ਕੋਲ ਬਦਲ ਵੀ ਸਹੀ ਹੈ। ਉਪਰੋਕਤ ਵਿੱਚੋਂ ਕੋਈ ਨਹੀਂ।
अच्छा, साडे कोल प्रश्न पूछा गया सी केड़ा वट शब्द का अर्थ नहीं है, तो ये भी सही हो गया, ये भी अर्थ हो गया, ये भी अर्थ हो गया। तो अजिहा कोई नहीं जिहड़ा वट शब्द का अर्थ इत्थे नहीं है, तो साडे कोल आंसर आ जाएगा डी। तो क्वेश्चन थोड़ा जिहा नावाचक सी, तो आंसर जो नावाचक आ गया तो उस विच कन्फ्यूज नहीं होना, आंसर आएगा साडा डी। होर कित्थे वट शब्द असी वरत सकते हैं? वट कपड़े दे विच वट पै जाना, सिलवटां जिसनूं असीं कह दिंदे आ, ठीक है। होर वट शब्द कित्थे असीं वरत सकते हैं कि गर्मी ने वट कढ रखे है, जिस तरह असीं एक मुहावरा भी कीता सी, वट कढना दा अर्थ हुंदा है कि बिल्कुल मतलब कोई कसर ना छड्डनी, ठीक है। गर्मी ने वट कढ रखे मतलब गर्मी ने कोई कसर नहीं छड्डी हुई। उसने गाना गाउण दी वट कढ, मतलब उसने गाना इन्ना सोहना गाया, वट कढते मतलब कोई कसर नहीं छड्डी। वट उत्थे भी साडे कोल वरतिया जांदा है। नैक्सट है साडे कोल उचावा चुल्हा, मुहावरे दा की अर्थ है? उचावा चुल्हा, देखो ये कई शब्द मुहावरे के तौर पर वरते जान लगते हैं, ठीक है। उचावा चुल्हा मतलब कि असी किसी नूं कहने कि ये तो उचावा चुल्हा है, ये ते विश्वास ना करियो, ये अपनी गल ते नहीं खड़दा, ठीक है। मामूली आदमी, सधारण, महंगा या बेपीरा आदमी, तो साडे कोल आंसर आएगा बेपीरा आदमी, उचावा चुल्हा, ठीक है, जिसदा कोई असूल ना होवे, ठीक है। तो आंसर आ जाता है साडा डी। नैक्सट है भरिया पिता का की अर्थ है? असी कहने कि भरिया पिता जा बैठा है, वो तो मतलब बहुत गुस्से च है, मतलब हुण उसका गुस्सा बाहर आउण ही वाला है, भरिया पिता बैठा है, उन्हें कंट्रोल किया होया बहुत ज़्यादा। कपत्ता, कुराहे पिया होया, गुस्से नाल भरिया या नीच आदमी, तो गुस्से नाल भरिया साडे कोल इसका आंसर आ जाएगा सी, इसका आंसर है। जिसनू जानिया ना जा सके, जिसनू असी जान नहीं सकते, उसनू असी की कहने आ? अंतरयामी। अंतरयामी तो जो सारिਆਂ ਦੇ दिलों की गल पछाणे ਉਹ ਹੁੰਦਾ है अंतरयामी। अमित, अमित ਹੁੰਦਾ है जिसनू मतलब कि मिणिया ना जा सके, ठीक है, वो ਹੁੰਦਾ है अमित। अलख, अलख तुसीं सुनिया होएगा, अलख निरंजन, तो अलख जिसनू जानिया ना जा सके, ठीक है, जिसकी महिमा नू जानिया ना जा सके। अलबेला, अलबेला शब्द हुंदा है जिहड़ा बंदा अपनी ही मौज मस्ती दे विच रहे, मस्त मौला जा बंदा, वो हुंदा है अलबेला। नैक्सट है जिहड़ा बहुतियां गल्लां करे उसनू असी की कहांगे? गालड़ी, गालड़ी सही है, गलादड़ भी सही है, गलोखड़ भी सही है, तो जिहड़ा बहुतियां गल्लां करे उपरोक्त सारे इसका आंसर आएगा गालड़ी, गलादड़, गलोखड़, ठीक है। किसी खास आदमी कोलों मिलन वाली मझ या गऊ, तो अजिही मझ या गऊ जिसनू लैण वास्ते सानू पता लगे कि उस आदमी कोल मिलती है, तो अजिही मझ या गऊ नू असीं की कहांगे? तोकड़। देखो तोकड़ जो शब्द हुंदा है मझ या गां लई वरतिया जांदा है, जिहड़ी मतलब नागा पा के दुध देवे। असीं कल भी कीता सी कि कदे देता कदे नहीं देता। खग्गड़ नहीं है, ये खांगड़ है, टाइपिंग मिस्टेक है, खांगड़। खांगड़ हुंदा है जिहड़ी मतलब मझ या गां काफ़ी देर दी सूई हुई होवे, मतलब हुण ओह दुध घट दे रही है, ठीक है। तो खांगड़ या तोकड़ इक्को जिहे ही सेंस दे विच कई बारी वरते जांदे ने। तो लवेरी मझ या गऊ जिहड़ी मतलब दुध दे रही होवे, ठीक है। तो हत्थल हुंदा है, तो यह शब्द तुसीं थोड़े जिहे याद रखने हैं, थोड़े जिहे कन्फ्यूजिंग हुंदे ने, इन्हां नूं देख के तुसीं अपने कोल रख लेना है। तो हत्थल जो है, हत्थल हुंदी है जो किसी खास आदमी कोल खास आदमी कोलों असीं लैण जांदे आ, हत्थल। लासानी शब्द की है? लासानी असीं कहने हैं कि सूरबीरां दियां लासानी शहादतां। लासानी मतलब जिहदा कोई सानी नहीं, जिहदा कोई असी तुलना नहीं की जा सकती, जिसकी कोई तुलना नहीं की जा सकती, जिसदे वर्गा कोई होर नहीं, जिसदी वर्गी कोई होर मिसाल नहीं मिलती। लासानी, लासानी शब्द की है? अगेतर। हाँ जी, हुण जो अजिहे प्रश्न आ जाते हैं कि यह शब्द की है, तो उसका मतलब की हुंदा है कि यह शब्द बनिया किस तरह होया है, अगेतर लगा के बने या पिछेतर लगा के बने या फिर यह मूल शब्द है। तो लासानी मूल शब्द तो नहीं है। लासानी शब्द किस तरह बनया है? ला प्लस सानी,
ਲਾਸਾਨੀ। ठीक है, ਤਾਂ ਲਾ ਸਾਡੇ ਕੋਲ ਕੀ ਹੈ ਇੱਥੇ ਅਗੇਤਰ ਹੈ। ਲਾਸਾਨੀ ਸ਼ਬਦ ਕੀ ਹੈ ਅਗੇਤਰ, ਤਾਂ ਸਾਡੇ ਕੋਲ ਅਗੇਤਰ ਇਸ ਦਾ ਆਨਸਰ ਆਏਗਾ। ਮੂਲ ਸ਼ਬਦ ਨਹੀਂ ਇਹ, ਇਹਨਾਂ ਵਿੱਚੋਂ ਕੋਈ ਨਹੀਂ, ਇਹ ਵੀ ਨਹੀਂ ਆਂਦਾ। ਠੀਕ ਹੈ, ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸਹੀ ਹੈ। ਹੁਣ ਅਸੀਂ ਵਾਕ ਚੁਣਨਾ ਹੈ ਕਿ ਕਿਹੜਾ ਵਾਕ ਇਹਨਾਂ ਦੇ ਵਿੱਚੋਂ ਸਹੀ ਹੈ। ਤੁਸੀਂ ਨੇ ਔਖੇ ਵੇਲੇ ਮੇਰੀ ਸਹਾਇਤਾ ਕੀਤੀ, ਤਾਂ ਤੁਸੀਂ ਨੇ, ਤੁਸੀਂ ਦੇ ਨਾਲ ਕਦੇ ਨੇ ਨਹੀਂ ਆਉਂਦਾ। ਤੁਸੀਂ ਨੇ ਇਹ ਕੰਮ ਕੀਤਾ, ਤੁਸੀਂ ਨੇ ਖਾਣਾ ਖਾਦਾ, ਤੁਸੀਂ ਨੇ ਨਹੀਂ ਹੁੰਦਾ, ਤੁਸੀਂ ਖਾਣਾ ਖਾਦਾ, ਤੁਸੀਂ ਮੇਰੀ ਸਹਾਇਤਾ ਕੀਤੀ, ਤਾਂ ਇਹ ਗਲਤ ਹੋ ਗਿਆ। ਆਪਨੇ ਔਖੇ ਵੇਲੇ ਮੇਰੀ ਸਹਾਇਤਾ ਕੀਤੀ, ਇਹਨੂੰ ਅਸੀਂ ਥੋੜਾ ਰੱਖ ਲੈਂਦੇ ਹਾਂ। ਤੂੰ ਨੇ ਔਖੇ ਵੇਲੇ ਮੇਰੀ ਸਹਾਇਤਾ ਕੀਤੀ, ਤੂੰ, ਤੁਸੀਂ, ਮੈਂ, ਅਸੀਂ, ਇਹਨਾਂ ਨਾਲ ਨੇ ਦੀ ਵਰਤੋਂ ਨਹੀਂ ਹੁੰਦੀ। ਅਸੀਂ ਨੇ ਖਾਣਾ ਖਾਦਾ ਨਹੀਂ, ਅਸੀਂ ਖਾਣਾ ਖਾਦਾ, ਤੁਸੀਂ ਖਾਣਾ ਖਾਦਾ, ਮੈਂ ਖਾਣਾ ਖਾਦਾ, ਜਾਂ ਫਿਰ ਤੂੰ ਖਾਣਾ ਖਾਦਾ। ਮੈਂ ਨੇ ਔਖੇ ਵੇਲੇ ਤੇਰੀ ਸਹਾਇਤਾ ਕੀਤੀ, ਇਹ ਵੀ ਗਲਤ ਹੋ ਗਿਆ। ਤਾਂ ਆਪ ਨੇ ਔਖੇ ਵੇਲੇ ਮੇਰੀ ਸਹਾਇਤਾ ਕੀਤੀ, ਬੀ ਆਨਸਰ ਸਾਡੇ ਕੋਲ ਸਹੀ ਆਏਗਾ। ਠੀਕ ਹੈ, ਆਪ ਦੇ ਨਾਲ ਅਸੀਂ ਨੇ ਲਗਾ ਸਕਦੇ ਹਾਂ ਜਦੋਂ ਕਿਸੇ ਨੂੰ ਆਦਰ ਪੂਰਵਕ ਅਸੀਂ ਕਹਿ ਰਹੇ ਹਾਂ। ਠੀਕ ਹੈ, ਤਾਂ ਉੱਥੇ ਸਾਡੇ ਕੋਲ ਆਪ ਦੇ ਨਾਲ ਨੇ ਲੱਗਦਾ ਹੈ। ਸ਼ਰਨਜੀਤ ਨੇ ਆਖਿਆ ਕਿ ਮੈਂ ਸਕੂਲ ਨਹੀਂ ਆਵਾਂਗਾ ਵਿੱਚ ਯੋਜਕ ਕੀ ਹੈ। ਤਾਂ ਇੱਕ ਸਾਡੇ ਕੋਲ ਵਾਕ ਦਿੱਤਾ ਹੋਇਆ ਹੈ, ਉਸ ਦੇ ਵਿੱਚ ਸਾਡੇ ਕੋਲ ਪੁੱਛਿਆ ਗਿਆ ਹੈ ਕਿ ਯੋਜਕ ਕੀ ਹੈ। ਹੁਣ ਯੋਜਕ ਜੇ ਅਸੀਂ ਥੋੜਾ ਜਿਹਾ ਰਿਵਾਈਜ਼ ਕਰੀਏ, ਥੋੜਾ ਜਿਹਾ ਮਤਲਬ ਕਿ ਰਿਕਾਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਯੋਜਕ ਹੁੰਦਾ ਹੈ ਜੋੜਨ ਵਾਲਾ। ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਜੋੜਨ ਵਾਲੇ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਯੋਜਕ। ਤਾਂ ਇੱਥੇ ਸਾਡੇ ਕੋਲ ਵਾਕ ਕਿਹੜੇ ਕਿਹੜੇ ਨੇ। ਸ਼ਰਨਜੀਤ ਨੇ ਆਖਿਆ, ਠੀਕ ਹੈ, ਮੈਂ ਸਕੂਲ ਨਹੀਂ ਆਵਾਂਗਾ, ਇਹ ਅਲੱਗ ਵਾਕ ਹੈ, ਮੈਂ ਸਕੂਲ ਨਹੀਂ ਆਵਾਂਗਾ। ਤਾਂ ਕਿਹੜਾ ਸ਼ਬਦ ਹੈ ਜਿਹੜਾ ਇਹਨਾਂ ਦੋਨਾਂ ਨੂੰ ਜੋੜ ਰਿਹਾ ਹੈ, ਉਹ ਹੈ ਸਾਡੇ ਕੋਲ ਕੇ, ਕੱਕੇ ਨੂੰ ਸਿਆਰੀ ਕੇ। ਤਾਂ ਯੋਜਕ ਕੀ ਹੈ, ਨੇ ਹੈ ਨਹੀਂ, ਕੇ ਹੈ ਨਹੀਂ ਹੈ, ਆਖਿਆ ਹੈ, ਤਾਂ ਆਨਸਰ ਆ ਜਾਂਦਾ ਸਾਡਾ ਬੀ। ਹੁਣ ਤੁਸੀਂ ਦੱਸੋ ਵਿੱਚ ਹੁਣ ਕੀ ਹੈ, ਤਾਂ ਹੁਣ ਤੁਸੀਂ ਦੱਸੋ। ਇਸ ਦੇ ਵਿੱਚ ਹੁਣ ਤੁਸੀਂ ਜੇ ਆਪਾਂ ਧਿਆਨ ਨਾਲ ਦੇਖੀਏ, ਹੁਣ ਕੀ ਹੈ ਸੰਬੰਧਕ ਹੈ। ਸੰਬੰਧਕ ਕੀ ਹੁੰਦਾ ਹੈ, ਸੰਬੰਧਕ ਤੁਸੀਂ ਰਿਕਾਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਨਹੀਂ ਤਾਂ ਫਿਰ ਬੁੱਕ ਖੋਲਣੀ ਹੈ ਆਪਣੇ ਆਪ ਜਾ ਕੇ, ਥੋੜਾ ਜਿਹਾ ਮਿਹਨਤ ਕਰਨੀ ਹੈ ਤੇ ਤੁਸੀਂ ਸੰਬੰਧਕ ਦੀ ਡੈਫੀਨੇਸ਼ਨ ਪਰਿਭਾਸ਼ਾ ਦੇਖਣੀ ਹੈ। ਸੰਬੰਧਕ ਦੇਖਣਾ ਹੈ ਕਿ ਕੀ ਪੜਿਆ ਸੀ ਆਪਾਂ। ਯੋਜਕ ਹੈ, ਯੋਜਕ ਅਸੀਂ ਦੱਸ ਹੀ ਚੁੱਕੇ ਹਾਂ, ਯੋਜਕ ਤਾਂ ਇਹ ਨਹੀਂ ਹੈ। ਕਿਰਿਆ ਵਿਸ਼ੇਸ਼ਣ ਹੈ ਜਾਂ ਪੜਨਾਵੀ ਵਿਸ਼ੇਸ਼ਣ ਹੈ। ਪੜਨਾਵੀ ਵਿਸ਼ੇਸ਼ਣ ਕੀ ਹੁੰਦਾ ਹੈ, ਇਹ ਵੀ ਤੁਸੀਂ ਰਿਵਾਈਜ਼ ਕਰਨਾ ਹੈ। ਤਾਂ ਇਹ ਹੁਣ ਤੁਸੀਂ ਦੱਸੋ ਸਾਡੇ ਕੋਲ ਕਿਰਿਆ ਵਿਸ਼ੇਸ਼ਣ ਹੈ। ਠੀਕ ਹੈ, ਹੁਣ ਇੱਥੇ ਕੀ ਹੈ, ਕਿਰਿਆ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਸਾਡੇ ਕੋਲ। ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਐਗਜ਼ਾਮਪਲ ਹੈ। ਤੁਸੀਂ ਕਿਰਿਆ ਵਿਸ਼ੇਸ਼ਣ ਦੀਆਂ ਜੋ ਅਸੀਂ ਕਿਸਮਾਂ ਕੀਤੀਆਂ ਸੀ ਉਹਨਾਂ ਨੂੰ ਵੀ ਰਿਵਾਈਜ਼ ਕਰਨਾ ਹੈ, ਰਾਈਟ। ਤਾਂ ਇਹ ਥੋੜਾ ਜਿਹਾ ਹੋਮਵਰਕ ਤੁਸੀਂ ਕਰਨਾ ਹੈ ਆਪਣੇ ਆਪ। ਨੈਕਸਟ ਹੈ ਮੇਰੀ ਗੱਲ ਸੁਣ ਕਾਕਾ ਵਿੱਚ ਸੰਬੋਧਨ ਕਾਰਕ ਕੀ ਹੈ। ਅਸੀਂ ਕਿਸੇ ਬੱਚੇ ਨੂੰ ਬੁਲਾ ਰਹੇ ਹਾਂ, ਮੇਰੀ ਗੱਲ ਸੁਣ ਕਾਕਾ, ਤਾਂ ਇਸ ਦੇ ਵਿੱਚ ਸੰਬੋਧਨ ਕਾਰਕ ਅਸੀਂ ਦੱਸਤਾ, ਉਹਨਾਂ ਨੇ ਦੱਸਤਾ ਕਿ ਇਹਦੇ ਵਿੱਚ ਸੰਬੋਧਨ ਕਾਰਕ ਹੈ। ਹੁਣ ਸੰਬੋਧਨ ਕਾਰਕ ਹੈ ਕਿਹੜਾ, ਤਾਂ ਉਹ ਅਸੀਂ ਦੇਖਣਾ ਹੈ। ਮੇਰੀ ਹੈ, ਮੇਰੀ ਤਾਂ ਮੇਰੀ ਕਰਕੇ ਤਾਂ ਅਸੀਂ ਕਿਸੇ ਨੂੰ ਸੰਬੋਧਨ ਨਹੀਂ ਕਰਦੇ। ਸੁਣ ਤੇ ਜਾਂ ਕਾਕਾ ਜਾਂ ਉਪਰੋਕਤ ਸਾਰੇ, ਤਾਂ ਸੁਣ ਕਰਕੇ ਵੀ ਕਿਸੇ ਨੂੰ ਸੰਬੋਧਨ ਨਹੀਂ ਕੀਤਾ ਜਾਂਦਾ। ਉਹ ਗੱਲ ਅਲੱਗ ਹੈ ਵੀ ਅਸੀਂ ਕਹਿ ਦਿੰਦੇ ਹਾਂ ਸੁਣ, ਪਰ ਉਹ ਸੰਬੋਧਨ ਨਹੀਂ ਹੁੰਦਾ। ਠੀਕ ਹੈ, ਕਾਕਾ, ਕਾਕਾ ਕਹਿ ਕੇ ਕਿਸੇ ਨੂੰ ਬੱਚੇ ਨੂੰ ਮਤਲਬ ਸੰਬੋਧਿਤ ਕੀਤਾ ਗਿਆ ਹੈ, ਤਾਂ ਸਾਡੇ ਕੋਲ ਸੰਬੋਧਨ ਕਾਰਕ ਕੀ ਹੈ ਇੱਥੇ, ਕਾਕਾ। ਹੇਠ ਲਿਖਿਆਂ ਦੇ ਸਹੀ ਵਿਰੋਧੀ ਸ਼ਬਦ ਚੁਣੋ, ਮਤਲਬ ਉਲਟ ਭਾਵੀ ਸ਼ਬਦ ਅਸੀਂ ਚੁਣਨਾ ਹੈ। ਧੌਂਸ, ਐਨੀ ਧੌਂਸ ਨਾ ਜਮਾ, ਮਤਲਬ ਕਿ ਐਨੀ ਆਪਣੀ ਚੌਧਰ ਨਾ ਖਿਲਾਰ, ਮਤਲਬ ਆਪਣੀ ਆਕੜ ਨਾ ਖਿਲਾਰ। ਠੀਕ ਹੈ, ਤਾਂ ਆਕੜ ਵਿਰੋਧੀ ਸ਼ਬਦ ਅਸੀਂ ਚੁਣਨਾ, ਤਾਂ ਆਕੜ ਤਾਂ ਇਹਦੇ ਵਰਗਾ ਹੀ ਹੋ ਗਿਆ। ਲੜਾਕੂ ਵੀ ਥੋੜਾ ਇਹਦੇ ਵਰਗਾ ਹੀ ਹੋ ਗਿਆ। ਨਰਮੀ ਜਾਂ ਦਿਆਲੂ, ਤਾਂ ਧੌਂਸ ਹੁੰਦਾ ਮਤਲਬ ਕਿ ਥੋੜੀ ਜਿਹੀ ਆਕੜ ਝਾੜਨਾ, ਥੋੜਾ ਜਿਹਾ ਮਤਲਬ ਬੇਰੁਖੀ ਦੇ ਨਾਲ ਪੇਸ਼ ਆਉਣਾ। ਤਾਂ ਨਰਮੀ ਸਾਡੇ ਕੋਲ ਇਸ ਦਾ ਸਹੀ ਆਨਸਰ ਆਏਗਾ ਸੀ, ਨਰਮੀ। ਨਿਚੱਕ, ਇਹ ਅਦਕ ਜੋ ਹੈ ਉਹ ਝੱਜੇ ਤੇ ਆਏਗੀ। ਨਿਚੱਕ, ਹੁਣ ਚੱਕ ਸ਼ਬਦ ਜੋ ਹੈ ਉਸ ਦਾ ਅਰਥ ਹੁੰਦਾ ਹੈ ਸ਼ਰਮ ਜਾਂ ਸੰਗ, ਜਾਂ ਮਤਲਬ ਅੰਗਰੇਜ਼ੀ ਦੇ ਵਿੱਚ ਜਿਸ ਨੂੰ ਅਸੀਂ ਹੈਜ਼ਿਟੇਸ਼ਨ ਕਹਿ ਦਿੰਦੇ ਹਾਂ, ਝਿਜਕ ਥੋੜੀ ਜੀ। ਠੀਕ ਹੈ,
ਤਾਂ ਨੀ ਚੱਕ, ਨੀ ਪਲਸ ਚੱਕ ਮਤਲਬ ਜਿਸ ਨੂੰ ਚੱਕ ਨਾ ਹੋਵੇ, ਜਿਸ ਨੂੰ ਸੰਗ ਨਾ ਹੋਵੇ, ਜਿਹੜਾ ਨਾ ਸੰਗੇ, ਠੀਕ ਹੈ। ਨਿਡਰ ਇਸ ਦਾ ਮਤਲਬ ਆ ਸਕਦਾ, ਤਾਂ ਇਸ ਦਾ ਅਸੀਂ ਵਿਰੋਧੀ ਸ਼ਬਦ ਦੱਸਣਾ ਹੈ। ਵੇਲੜ ਤਾਂ ਨਹੀਂ ਹੋਇਆ, ਨਿਕੰਮਾ, ਸੰਗਾਊ ਜਾਂ ਖੁੱਲ ਦਿਲਾ। ਤਾਂ ਦੇਖੋ ਸੰਗਾਊ, ਨੀ ਚੱਕ ਮਤਲਬ ਜਿਹੜਾ ਚੱਕ ਜਿਸ ਨੂੰ ਨਾ ਹੋਵੇ, ਜਿਸ ਨੂੰ ਸੰਗ ਨਾ ਹੋਵੇ, ਤਾਂ ਇਸ ਦਾ ਵਿਰੋਧੀ ਆਏਗਾ ਜਿਸ ਨੂੰ ਸੰਗ ਹੋਵੇ, ਸੰਗਾਊ, ਠੀਕ ਹੈ। ਤਾਂ ਆਨਸਰ ਆ ਜਾਂਦਾ ਸਾਡਾ ਸੀ। ਨੈਕਸਟ ਹੈ ਤੋਕੜ। ਤੋਕੜ ਦੇਖੋ ਇਹ ਸ਼ਬਦ ਬਾਰ-ਬਾਰ ਸਾਡੇ ਕੋਲ ਸਾਹਮਣੇ ਆ ਰਹੇ ਨੇ, ਤਾਂ ਇਹ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਸ ਦਾ ਆਨਸਰ ਆਪਣੇ ਆਪ ਹੀ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਤੋਕੜ ਦਾ ਅਸੀਂ ਕੀ ਕੀਤਾ ਸੀ। ਤੋਕੜ ਦਾ ਵਿਰੋਧੀ ਸ਼ਬਦ ਅਸੀਂ ਦੇਖਣਾ, ਜੋੜਨਾ ਹੋਏਗਾ, ਨਹੀਂ, ਇਹਦਾ ਮੀਨਿੰਗ ਕੋਈ ਟੁੱਟਣਾ ਨਹੀਂ ਹੁੰਦਾ, ਠੀਕ ਹੈ, ਜਾਂ ਤੋੜਨਾ ਨਹੀਂ ਹੁੰਦਾ। ਡੁੱਬਣਾ ਹੋਏਗਾ, ਨਹੀਂ। ਤੁੱਛ ਹੋਏਗਾ, ਨਹੀਂ। ਸੱਜਰ, ਤਾਂ ਸੱਜਰ ਇਸ ਦਾ ਸਹੀ ਆਨਸਰ ਆਏਗਾ। ਤੋਕੜ ਦਾ ਸੱਜਰ। ਸੱਜਰ ਹੁੰਦੀ ਹੈ ਉਹ ਮੱਝ ਜਾਂ ਗਾਂ ਜਿਹੜੀ ਥੋੜਾ ਚਿਰ ਪਹਿਲਾਂ ਹੀ ਸੂਈ ਹੋਵੇ, ਠੀਕ ਹੈ। ਤਾਂ ਤੋਕੜ ਜਾਂ ਖਾਂਗੜ ਹੁੰਦੀਆਂ ਨੇ ਜਿਹੜੀਆਂ ਮਤਲਬ ਕਾਫੀ ਦੇਰ ਦੀਆਂ, ਮਤਲਬ ਬਹੁਤ ਟਾਈਮ ਹੋ ਗਿਆ ਹੋਵੇ ਜਿਨ੍ਹਾਂ ਨੂੰ ਸੂਏ ਹੋਏ। ਜਟਾਜੂਟ। ਜਟਾਜੂਟ ਮਤਲਬ ਜਟਾਵਾਂ, ਲੰਬੀਆਂ ਲੰਬੀਆਂ ਜਟਾਵਾਂ ਵਾਲੇ ਮਤਲਬ ਸਾਧੂਆਂ ਲਈ ਜਿਸ ਤਰ੍ਹਾਂ ਇਹ ਵਰਤਿਆ ਜਾਂਦਾ ਸ਼ਬਦ। ਤਾਂ ਜਟਾਜੂਟ ਦਾ ਅਸੀਂ ਦੇਖਣਾ ਹੈ, ਜਟਾਧਾਰੀ ਤਾਂ ਨਹੀਂ ਹੋਇਆ, ਕੇਸਾਧਾਰੀ ਵੀ ਨਹੀਂ ਹੋਇਆ, ਝੱਲਾ ਵੀ ਨਹੀਂ ਹੋਇਆ, ਕੌਨ ਮੋਨ। ਤਾਂ ਇਹ ਸ਼ਬਦ ਜੋ ਹੈ ਪੰਜਾਬੀ ਦਾ ਤੁਸੀਂ ਯਾਦ ਰੱਖਣਾ ਹੈ। ਜਟਾਜੂਟ ਦਾ ਵਿਰੋਧੀ ਸ਼ਬਦ ਆਏਗਾ ਸਾਡੇ ਕੋਲ ਕੌਨ ਮੋਨ। ਕੌਨ ਮਤਲਬ ਜਿਸ ਤਰ੍ਹਾਂ ਅਸੀਂ ਕੋਨਾ ਕਹਿ ਦਿੰਦੇ ਹਾਂ, ਗੰਜਾ। ਸਮਾਜਕ, ਤਾਂ ਸਮਾਜਕ ਦਾ ਅਸੀਂ ਵਿਰੋਧੀ ਸ਼ਬਦ ਦੱਸਣਾ ਹੈ, ਮਤਲਬ ਸਮਾਜਕ ਹੁੰਦਾ ਸੋਸ਼ਲ, ਸਮਾਜ ਦੇ ਨਾਲ ਰਿਲੇਟਡ। ਰਾਜਨੀਤਕ, ਨੈਤਿਕ, ਘਰੋਗੀ ਜਾਂ ਇਕੱਲਤਾ। ਤਾਂ ਸਮਾਜਿਕ ਮਤਲਬ ਸੋਸ਼ਲ, ਜੋ ਲੋਕਾਂ ਦੇ ਨਾਲ, ਲੋਕਾਂ ਦੇ ਵਿਚਕਾਰ ਮਤਲਬ ਜੇ ਅਸੀਂ ਸਮਾਜਿਕ ਪ੍ਰਾਣੀ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿਚਕਾਰ ਵਿਚਰਨ ਵਾਲਾ। ਤੇ ਘਰੋਗੀ ਮਤਲਬ ਘਰ ਦੇ ਨਾਲ ਰਿਲੇਟਡ। ਘਰ ਇੱਕ ਤਰਫ ਘਰ ਦੇ ਨਾਲ ਰਿਲੇਟਡ ਹੋ ਗਿਆ, ਦੂਸਰੀ ਤਰਫ ਕੀ ਹੈ, ਸਮਾਜ ਦੇ ਨਾਲ ਰਿਲੇਟਡ ਹੋ ਗਿਆ। ਤਾਂ ਸਮਾਜਿਕ ਦਾ ਸਾਡੇ ਕੋਲ ਵਿਰੋਧੀ ਸ਼ਬਦ ਆਏਗਾ ਘਰੋਗੀ। ਨੈਕਸਟ ਹੈ ਦੁਆਬੀ ਬੋਲੀ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਨਹੀਂ ਬੋਲੀ ਜਾਂਦੀ। ਤਾਂ ਦੁਆਬੀ ਬੋਲੀ ਅਸੀਂ ਪੜ੍ਹਿਆ ਸੀ ਕਿ 4 ਜ਼ਿਲ੍ਹੇ ਇੱਥੇ ਅਸੀਂ ਪੜ੍ਹੇ ਸੀ, ਕਿਹੜੇ ਕਿਹੜੇ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂ ਸ਼ਹਿਰ। ਇਹ ਅਸੀਂ ਸਾਡੇ ਕੋਲ ਆਏ ਸੀਗੇ। ਇਹ ਦੁਆਬੀ ਬੋਲੀ ਇੱਥੇ ਸਾਡੇ ਕੋਲ ਬੋਲੀ ਜਾਂਦੀ ਹੈ। ਤਾਂ ਫਤਿਹਗੜ੍ਹ ਸਾਹਿਬ ਜੋ ਹੈ ਇਹ ਪੁਆਧ ਦਾ ਇਲਾਕਾ ਆ ਜਾਂਦਾ ਹੈ, ਠੀਕ ਹੈ। ਤਾਂ ਇੱਥੇ ਸਾਡੇ ਕੋਲ ਪੁਆਧੀ ਬੋਲੀ ਬੋਲੀ ਜਾਂਦੀ ਹੈ। ਦੁਆਬੀ ਬੋਲੀ ਕਿਹੜੇ ਇਲਾਕੇ ਵਿੱਚ ਨਹੀਂ ਬੋਲੀ ਜਾਂਦੀ? ਫਤਿਹਗੜ੍ਹ ਸਾਹਿਬ ਦੇ ਵਿੱਚ ਦੁਆਬੀ ਬੋਲੀ ਨਹੀਂ ਬੋਲੀ ਜਾਂਦੀ। ਭਾਸ਼ਾ ਦੇ ਮੁੱਖ ਕਿੰਨੇ ਪ੍ਰਕਾਰ ਹੁੰਦੇ ਨੇ? ਇਹ ਤਾਂ ਬਿਲਕੁਲ ਸੌਖਾ ਜਿਹਾ ਪ੍ਰਸ਼ਨ ਆ ਗਿਆ ਸਾਡੇ ਕੋਲ, ਤਾਂ ਇਸ ਦਾ ਆਨਸਰ ਸਾਡਾ ਸਹੀ ਹੋਣਾ ਚਾਹੀਦਾ ਹੈ। 5 ਹੁੰਦੇ ਨੇ, 3 ਹੁੰਦੇ ਨੇ, 2 ਹੁੰਦੇ ਜਾਂ 4 ਹੁੰਦੇ ਹੈ। ਭਾਸ਼ਾ ਦੇ ਮੁੱਖ ਤੌਰ ਤੇ 2 ਹੁੰਦੇ ਨੇ, ਮੌਖਿਕ ਮਤਲਬ ਕਿ ਬੋਲਣ ਵਾਲੀ ਤੇ ਲਿਖਿਤ ਲਿਖਣ ਵਾਲੀ। ਤਾਂ ਸੀ ਸਾਡਾ ਇਸ ਦੇ ਵਿੱਚ ਆਨਸਰ ਆ ਜਾਂਦਾ ਹੈ। ਆੜਾ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਕੀਤੀ ਜਾਂਦੀ ਹੈ? ਆੜਾ, ਹੁਣ ਅਸੀਂ ਜਦੋਂ ਇਹ ਪੜ੍ਹ ਰਹੇ ਸੀ ਲਗਾਂ ਮਾਤਰਾ ਬਾਰੇ, ਤਾਂ ਅਸੀਂ ਕੀਤਾ ਸੀ ਕਿ ਆੜੇ ਨਾਲ ਕਿੰਨੀਆਂ ਲਗਾਂ ਮਾਤਰਾ ਲੱਗਦੀਆਂ ਨੇ, ਕਿਹੜੀਆਂ ਕਿਹੜੀਆਂ ਲੱਗਦੀਆਂ। ਪਹਿਲਾਂ ਅਸੀਂ ਦੇਖ ਲੈਂਦੇ ਕਿ ਆੜੇ ਨਾਲ ਕਿਹੜੀਆਂ ਕਿਹੜੀਆਂ ਲੱਗਦੀਆਂ ਨੇ। ਆੜਾ ਦੇਖੋ ਮੁਕਤਾ ਆੜੇ ਨਾਲ ਲੱਗਦਾ ਹੈ, ਜਿਸ ਤਰ੍ਹਾਂ ਅਸੀਂ ਲਿਖਦੇ ਹਾਂ ਅਮਰ, ਠੀਕ ਹੈ। ਕੰਨਾ ਆੜੇ ਨਾਲ ਲੱਗਦਾ ਹੈ, ਆਸ, ਠੀਕ ਹੈ। ਦੁਲਾਵਾਂ ਆੜੇ ਨਾਲ ਲੱਗਦੀਆਂ ਨੇ, ਐਬ। ਹੋਰ ਕੀ ਆੜੇ ਨਾਲ ਲੱਗਦਾ ਹੈ? ਔਖਾ। ਤਾਂ ਕਨੌੜਾ ਆੜੇ ਨਾਲ ਲੱਗਦਾ ਹੈ। ਆੜੇ ਨਾਲ ਔਂਕੜ ਲੱਗੇਗੀ? ਨਹੀਂ ਲੱਗੇਗੀ। ਦੁਲੈਂਕੜ ਲੱਗੇਗੀ? ਨਹੀਂ ਲੱਗੇਗੀ। ਲਾਵਾਂ ਵੀ ਨਹੀਂ ਲੱਗਦੀਆਂ ਆੜੇ ਨਾਲ, ਠੀਕ ਹੈ। 4 5 6 7 ਹੋਰ ਕੀ ਰਹਿ ਗਿਆ ਸਾਡੇ ਕੋਲ? ਹੋੜਾ ਆੜੇ ਦੇ ਨਾਲ ਨਹੀਂ ਲੱਗਦਾ, ਠੀਕ ਹੈ। ਤੇ ਹੋਰ ਸਾਡੇ ਕੋਲ ਔਂਕੜ ਦੁਲੈਂਕੜ ਨਹੀਂ ਲੱਗਦੀ। ਲਾਵਾਂ ਦੁਲਾਵਾਂ ਸਾਡੇ ਕੋਲ ਹੋ ਗਈਆਂ, ਹੋੜਾ ਕਨੌੜਾ, ਮੁਕਤਾ ਹੋ ਗਿਆ, ਕੰਨਾ ਹੋ ਗਿਆ, ਸਿਹਾਰੀ ਬਿਹਾਰੀ ਆੜੇ ਦੇ ਨਾਲ ਨਹੀਂ ਲੱਗਦੀ। ਤਾਂ ਸਾਡੇ ਕੋਲ 4 ਲਗਾ ਮਾਤਰਾ ਆੜੇ ਦੇ ਨਾਲ ਲੱਗਦੀਆਂ ਨੇ। ਤਾਂ ਆਨਸਰ ਆ ਜਾਂਦਾ ਹੈ 4। ਹੇਠ ਲਿਖੇ ਵਿਕਲਪਾਂ ਵਿੱਚੋਂ ਈੜੀ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਕੀਤੀ ਜਾਂਦੀ ਹੈ? ਹੁਣ ਸਾਨੂੰ ਪੁੱਛਿਆ ਹੋਇਆ ਹੈ ਈੜੀ। ਤਾਂ ਈੜੀ ਦੇ ਨਾਲ ਮੁਕਤਾ ਨਹੀਂ ਲੱਗਦਾ। ਈੜੀ ਦੇ ਨਾਲ ਲਾਵਾਂ ਲੱਗੇਗੀ? ਲਾਵਾਂ ਲੱਗੇਗੀ, ਬਿਲਕੁਲ ਲੱਗੇਗੀ। ਈੜੀ ਦੇ ਨਾਲ ਏਕਤਾ ਜਦੋਂ ਅਸੀਂ ਲਿਖਦੇ ਹਾਂ, ਠੀਕ ਹੈ, ਤਾਂ ਲਾਵਾਂ ਲੱਗਦੀ ਹੈ। ਸਿਹਾਰੀ ਲੱਗੇਗੀ? ਜੀ ਲੱਗੇਗੀ। ਇਸ ਦਾ ਕੁਝ ਵੀ ਅਸੀਂ ਲਿਖਦੇ ਹਾਂ। ਬਿਹਾਰੀ ਬਿਲਕੁਲ ਲੱਗੇਗੀ।
ਈਨ ਮੰਨਣਾ। ਹੁਣ ਈਨ ਮੰਨਣਾ ਮੁਹਾਵਰਾ ਹੈ, ਇਹ ਇਸ ਦਾ ਮੀਨਿੰਗ ਕੀ ਹੁੰਦਾ ਹੈ, ਇਸ ਦਾ ਅਰਥ ਕੀ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਈੜੀ ਦੇ ਨਾਲ ਹੋਰ ਕੀ ਲੱਗਦਾ ਹੈ? ਮੁਕਤਾ, ਲਾਵਾਂ, ਦੁਲਾਵਾਂ ਇਸ ਦੇ ਨਾਲ ਲਈ ਨਹੀਂ ਲੱਗਦੀਆਂ, ਸਿਆਰੀ ਬਿਆਰੀ ਨਹੀਂ ਲੱਗਦੀ, ਔਂਕੜ ਦੁਲੈਂਕੜ ਨਹੀਂ ਲੱਗੇਗੀ, ਠੀਕ ਹੈ। ਹੋੜਾ ਕਨੌੜਾ ਨਹੀਂ ਲੱਗੇਗਾ, ਕੰਨਾ ਵੀ ਨਹੀਂ ਲੱਗੇਗਾ, ਠੀਕ ਹੈ। ਤਾਂ ਈੜੀ ਦੇ ਨਾਲ ਸਾਡੇ ਕੋਲ 3 ਲਗਾ ਮਾਤਰਾ ਲੱਗਦੀਆਂ ਨੇ, ਤਾਂ ਸਾਡਾ ਆਨਸਰ ਆ ਜਾਂਦਾ ਹੈ 3। ਹੇਠ ਲਿਖੇ ਵਰਨਾਂ ਵਿੱਚੋਂ ਕਿਹੜਾ ਨਾਸਿਕੀ ਵਿਅੰਜਨ ਨਹੀਂ ਹੈ? ਨਾਸਕੀ, ਨਾਸਕਾ ਹੁੰਦਾ ਹੈ ਨੱਕ, ਠੀਕ ਹੈ। ਤਾਂ ਨਾਸਿਕੀ ਵਿਅੰਜਨ ਜਿਹੜੀ ਜਿਸ ਦੇ ਉਚਾਰਨ ਸਮੇਂ ਆਵਾਜ਼ ਨੱਕ ਦੇ ਵਿੱਚੋਂ ਆਉਂਦੀ ਹੈ, ਠੀਕ ਹੈ। ਤਾਂ ਦੇਖਦੇ ਹਾਂ, ਧੱਦਾ ਨੱਕ ਦੇ ਵਿੱਚੋਂ ਆਵਾਜ਼ ਆਈ? ਨਹੀਂ ਆਈ। ਨਾਣਾ ਨੱਕ ਦੇ ਵਿੱਚੋਂ ਆਉਂਦੀ ਹੈ, ਨੰਨਾ ਨੱਕ ਦੇ ਵਿੱਚੋਂ ਆਉਂਦੀ ਹੈ, ਅੰਗਾ ਨੱਕ ਦੇ ਵਿੱਚੋਂ ਆਉਂਦੀ ਹੈ। ਤਾਂ ਕਿਹੜਾ ਨਾਸਕੀ ਵਿਅੰਜਨ ਨਹੀਂ ਹੈ ਸਾਡੇ ਕੋਲ? ਧੱਦਾ ਸਾਡੇ ਕੋਲ ਨਾਸਕੀ ਵਿਅੰਜਨ ਨਹੀਂ ਹੈ, ਠੀਕ ਹੈ। ਸਾਡਾ ਆਨਸਰ ਆ ਜਾਂਦਾ ਹੈ ਇਹ। ਗੁਰਮੁਖੀ ਵਰਨਮਾਲਾ ਵਿੱਚ ਕਿੰਨੇ ਵਰਗ ਹੁੰਦੇ ਨੇ? ਹੁਣ ਸਾਨੂੰ ਗੁਰਮੁਖੀ ਵਰਨਮਾਲਾ ਦਾ ਗਿਆਨ ਸਾਡਾ ਚੈੱਕ ਕਰਨਾ ਚਾਹੁੰਦੇ ਨੇ। ਤਾਂ ਗੁਰਮੁਖੀ ਵਰਨਮਾਲਾ ਅਸੀਂ ਦੇਖਦੇ ਹਾਂ, ਸਭ ਤੋਂ ਪਹਿਲਾਂ ਹੁੰਦਾ ਹੈ ਮੁੱਖ ਵਰਗ ਸਾਡੇ ਕੋਲ, ਊੜਾ ਆੜਾ ਈੜੀ ਸੱਸਾ ਹਾਹਾ। ਉਸ ਤੋਂ ਬਾਅਦ ਆ ਜਾਂਦਾ ਹੈ ਕੱਕਾ ਵਰਗ, ਸਾਨੂੰ ਪਤਾ ਹੀ ਹੈ ਉਹ ਕੱਕਾ ਖੱਖਾ। ਉਸ ਤੋਂ ਬਾਅਦ ਚੱਚਾ ਆ ਜਾਂਦਾ ਹੈ, ਚੱਚਾ ਛੱਛਾ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਟੈਂਕਾ ਠੱਠਾ। ਉਸ ਤੋਂ ਬਾਅਦ ਤੱਤਾ ਆ ਜਾਂਦਾ, ਤੱਤਾ ਥੱਥਾ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਪੱਪਾ, ਠੀਕ ਹੈ, ਪੱਪਾ ਪੱਫਾ। ਤਾਂ 5 ਇਹ ਹੋ ਗਏ, ਮੁੱਖ ਵਰਗ ਹੋ ਗਿਆ 6, ਤੇ ਇੱਕ ਸਾਡੇ ਕੋਲ ਅੰਤਿਮ ਵਰਗ ਹੋ ਜਾਂਦਾ ਹੈ ਯਈਆ ਰਾਰਾ ਲੱਲਾ ਵਾਵਾ ਵਾਲਾ, ਠੀਕ ਹੈ। ਤੇ ਉਸ ਤੋਂ ਬਾਅਦ ਸਾਡੇ ਕੋਲ ਅਰਬੀ ਤੇ ਫਾਰਸੀ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਦੇ ਲਈ ਬਿੰਦੀ ਲਗਾ ਕੇ ਜਿਹੜੀ ਨਵਾਂ ਵਰਗ ਬਣਾਇਆ ਗਿਆ ਸੀ, ਨਵੀਨ ਵਰਗ ਜਿਸ ਨੂੰ ਕਹਿੰਦੇ ਆ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਉਹ ਵਾਲਾ ਹੋ ਜਾਂਦਾ। ਤਾਂ ਸਾਡੇ ਕੋਲ ਕੁੱਲ ਕਿੰਨੇ ਹੋ ਜਾਂਦੇ ਨੇ? 8 ਵਰਗ ਸਾਡੇ ਕੋਲ ਇੱਥੇ ਹੋ ਜਾਂਦੇ ਨੇ, ਠੀਕ ਹੈ। ਤਾਂ ਇਸ ਦਾ ਆਨਸਰ ਅਸੀਂ ਲਗਾਉਣਾ ਹੈ 8। ਹੇਠ ਲਿਖੇ ਸ਼ਬਦਾਂ ਵਿੱਚੋਂ ਗ੍ਰੰਥ ਸ਼ਬਦ ਦਾ ਇਸਤਰੀ ਲਿੰਗ ਦੱਸੋ। ਗ੍ਰੰਥ ਦੇਖੋ, ਗ੍ਰੰਥ ਇੱਥੇ ਥੋੜਾ ਜਿਹਾ ਇਹ ਮਿਸਟੇਕ ਹੈ, ਗ੍ਰੰਥ ਇਸ ਤਰ੍ਹਾਂ ਲਿਖਿਆ ਜਾਏਗਾ। ਗ੍ਰੰਥ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ? ਤਾਂ ਗ੍ਰੰਥ ਸ਼ਬਦ ਦਾ ਸਾਡੇ ਕੋਲ ਇਸਤਰੀ ਲਿੰਗ ਪੁੱਛਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ, ਨਾਵਲ, ਪੋਥੀ ਜਾਂ ਕੁਰਾਨ। ਤਾਂ ਪੋਥੀ ਜੋ ਹੈ ਗ੍ਰੰਥ ਸ਼ਬਦ ਦਾ ਇਸਤਰੀ ਲਿੰਗ ਹੈ, ਮਤਲਬ ਗ੍ਰੰਥ ਵੱਡਾ ਹੋ ਜਾਂਦਾ ਹੈ, ਪੋਥੀ ਥੋੜੀ ਛੋਟੀ ਹੋ ਜਾਂਦੀ ਹੈ। ਤਾਂ ਪੋਥੀ ਸ਼ਬਦ ਇਸ ਦਾ ਸਹੀ ਇਸਤਰੀ ਲਿੰਗ ਆਏਗਾ ਸਾਡੇ ਕੋਲ। ਹੇਠ ਲਿਖੇ ਸ਼ਬਦਾਂ ਵਿੱਚੋਂ ਤੱਕੜੀ ਸ਼ਬਦ ਦਾ ਪੁਲਿੰਗ ਕਿਹੜਾ ਹੈ? ਤੱਕੜੀ, ਤੱਕੜੀ ਤਾਂ ਪਤਾ ਹੈ ਕਿ ਇਸਤਰੀ ਲਿੰਗ ਦੇ ਵਜੋਂ ਵਰਤਿਆ ਜਾਂਦਾ ਹੈ। ਐਂਡ ਤੇ ਕਿਉਂਕਿ ਸਾਡੇ ਕੋਲ ਕੀ ਆ ਗਿਆ? ਬਿਹਾਰੀ ਆ ਗਈ। ਤਾਂ ਇਹ ਨਿਸ਼ਾਨੀ ਹੈ ਕਿ ਜਦੋਂ ਬਿਹਾਰੀ ਆ ਜਾਂਦੀ ਐਂਡ ਤੇ ਤਾਂ ਉਹ ਇਸਤਰੀ ਲਿੰਗ ਹੁੰਦਾ ਹੈ। ਤਾਂ ਤੱਕੜੀ ਸ਼ਬਦ ਦਾ ਪੁਲਿੰਗ ਕਿਹੜਾ ਹੈ? ਤੱਕੜ, ਕੰਡਾ, ਵੱਟਾ ਜਾਂ ਤੱਕੜਾ। ਤੱਕੜਾ ਕੋਈ ਸ਼ਬਦ ਨਹੀਂ ਹੁੰਦਾ, ਠੀਕ ਹੈ। ਵੱਟਾ ਤਾਂ ਹੁੰਦਾ ਹੈ, ਮਤਲਬ ਕਿ ਵੱਟੇ ਤੁਹਾਨੂੰ ਪਤਾ ਹੋਏਗਾ ਕਿ ਤੱਕੜੀ ਦੇ ਉੱਤੇ ਮਤਲਬ ਰੱਖੇ ਜਾਂਦੇ ਨੇ ਉਹਨੂੰ ਬੈਲੈਂਸ ਕਰਨ ਦੇ ਵਾਸਤੇ। ਕੰਡਾ ਹੋਰ ਚੀਜ਼ ਹੋ ਗਈ। ਤਾਂ ਤੱਕੜ ਜੋ ਹੈ ਸਾਡੇ ਕੋਲ ਪੁਲਿੰਗ ਤੱਕੜੀ ਦਾ ਤੱਕੜ ਆਏਗਾ ਸਾਡੇ ਕੋਲ, ਠੀਕ ਹੈ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਨੂੰ। ਹੇਠ ਲਿਖੇ ਸ਼ਬਦਾਂ ਵਿੱਚੋਂ ਦਿਓ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ? ਦਿਓ ਸ਼ਬਦ ਸਾਨੂੰ ਪੁੱਛਿਆ ਗਿਆ। ਤਾਂ ਦੋਵੀ ਇਹ ਕੁਛ ਨਹੀਂ ਹੁੰਦਾ, ਭੋ ਪਰੀ, ਭੂਤਨੀ ਜਾਂ ਦੇਵਤੀ। ਦੇਵਤੀ ਕੁਛ ਸ਼ਬਦ ਨਹੀਂ ਹੁੰਦਾ। ਦਿਓ ਸ਼ਬਦ ਦਾ ਇਸਤਰੀ ਲਿੰਗ ਸਾਨੂੰ ਪੁੱਛ ਲਿਆ ਤਾਂ ਦੇਵ ਮਤਲਬ ਕਿ ਦਿਓ ਦਾ ਸਾਡੇ ਕੋਲ ਪਰੀ ਸਹੀ ਇਸ ਦਾ ਇਸਤਰੀ ਲਿੰਗ ਆਏਗਾ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਕੱਲ ਨੂੰ ਮਿਲਦੇ ਹਾਂ ਹੋਰ ਪ੍ਰਸ਼ਨਾਂ ਦੇ ਨਾਲ। ਆਪਣੀ ਤਿਆਰੀ ਤੁਸੀਂ ਕਰਦੇ ਰਹਿਣਾ ਹੈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।